ਵਿਚਾਰ ਹੇਠ ਕੀ ਉਪਦੇਸ਼ ਕਰ ਰਹੇ ਹਨ। ਆਓ ਕੁਝ ਸਮਾਂ ਲਈ ਵਿਚਾਰਾਂ ਨਾਲ ਸਾਂਝ ਪਾਈਏ। ਮਨੋਬਿਰਤਿਆਂ ਨੂੰ ਇਕਾਗਰ ਕਰਦਿਆਂ ਸਾਰੇ ਉਚਾਰਨ ਕਰੋ। ਸਤਨਾਮ ਵਾਹਿਗੁਰੂ। ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋ। ਸਤਿਗੁਰੂ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਰਾਹੀਂ ਸਾਡੇ ਤੇ ਕਿਰਪਾ ਕਰ ਰਹੇ ਨੇ। ਕਹਿੰਦੇ ਕਤਕ, ਕਤਕ ਇਹ ਮਹੀਨੇ ਦਾ ਨਾਮ ਹੈ ਕਿ ਭਾਈ ਕਤਕ ਜਦ ਜੋ ਇਹ ਮਹੀਨਾ ਹੈ, ਕਤਕ ਰਾਹੀਂ ਕਰਮ ਕਮਾਵਣੇ, ਇਹ ਤੇ ਕਰਮ ਕਮਾਉਣ ਦਾ ਸਮਾਂ ਹੈ। ਤੇ ਜੋ ਅਸੀਂ ਕਰਮ ਕਮਾਏ ਨੇ ਉਹਨਾਂ ਤੋਂ ਮਿਲਣ ਵਾਲਾ ਫਲ ਵੀ ਕਹਿ ਸਕਦੇ ਹਾਂ। ਦੋਸ਼ ਨਾ ਕਾਹੂ ਜੋਗ, ਜਿਸ ਦਾ ਦੋਸ਼ ਕਿਸੇ ਦੂਜੇ ਨੂੰ ਦੇਣਾ ਫਬਦਾ ਨਹੀਂ ਹੈ। ਇਸ ਕੱਤਕ ਦੇ ਮਹੀਨੇ ਨੂੰ ਥੋੜਾ ਜਿਹਾ ਇੰਝ ਵੀ ਸਮਝ ਲਓ ਕਿ ਇਹ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਦੇ ਸਫ਼ਰ ਦਾ ਇੱਕ ਵਿਚਕਾਰਲਾ ਬਿੰਦੂ ਹੈ, ਅਧ ਵਿਚਕਾਰ। ਜਿਵੇਂ ਕਿ ਵਿਦਿਆਰਥੀ ਕਿਸੇ ਕਲਾਸ ਦੇ ਵਿੱਚ, ਸਕੂਲ ਦੇ ਵਿੱਚ ਐਡਮਿਸ਼ਨ ਲੈਂਦਾ ਤੇ ਸਾਲ ਪਿੱਛੋਂ ਦੇ ਪੇਪਰ ਪੈਂਦੇ ਨੇ, ਉਹਦਾ ਸਿੱਟਾ ਨਿਕਲਦਾ ਹੈ। ਪਰ ਉਸ ਸਾਲ ਦੇ ਵਿਚਕਾਰ ਲਗਭਗ ਅੱਧੇ ਸਾਲ ਦੇ ਵਿੱਚ ਇਸਨੂੰ ਹਾਫ ਈਅਰ ਆਖਦੇ ਹਾਂ, ਉਹਦੇ ਵਿੱਚ ਇੱਕ ਇਮਤਿਹਾਨ ਪੈਂਦਾ ਹੈ, ਜਿਹਦੇ ਨਾਲ ਉਸ ਵਿਦਿਆਰਥੀ ਦੀ ਅਵਸਥਾ ਦਾ, ਉਸ ਵਿਦਿਆਰਥੀ ਦੀ ਪੜ੍ਹਾਈ ਦਾ ਥੋੜਾ ਜਿਹਾ ਆਕਲਨ ਜਿਹੜਾ ਕੀਤਾ ਜਾਂਦਾ ਹੈ ਕਿ ਭਾਈ ਇਸ ਵਿਦਿਆਰਥੀ ਨੇ ਪੜ੍ਹਾਈ ਕਿਹੋ ਜਿਹੀ ਕੀਤੀ ਹੈ ਤੇ ਪੜ੍ਹਾਈ 'ਚ ਕਿਹੋ ਜਿਹਾ ਹੈ। ਬੱਚੇ ਨੂੰ ਵੀ ਆਪਣੇ ਪੜ੍ਹਾਈ ਦਾ, ਆਪਣੀ ਮਿਹਨਤ ਦਾ ਅਹਿਸਾਸ ਹੁੰਦਾ ਹੈ। ਭਾਈ ਮੇਰੇ ਕਿੰਨੇ ਕੁ ਨੰਬਰ ਆਏ ਨੇ ਤੇ ਮੈਂ ਅਗਾਂਹ ਕਿਸ ਹੋਰ ਰਫਤਾਰ ਦੇ ਨਾਲ, ਕਿੰਨੀ ਕੁ ਮਿਹਨਤ ਦੇ ਨਾਲ ਪੜ੍ਹਾਈ ਕਰਨੀ ਹੈ, ਕਿੰਨਾ ਕੁ ਸਮਾਂ ਹੋਰ ਦੇਣਾ ਹੈ, ਤਾਂ ਕਿ ਜੋ ਮੈਂ ਏਮ ਮਿਥਿਆ ਹੋਇਆ ਹੈ ਉਹਨੂੰ ਮੈਂ ਪ੍ਰਾਪਤ ਕਰ ਸਕਾਂ। ਇਹ ਕੱਤਕ ਦਾ ਜਿਹੜਾ ਜੋ ਮਹੀਨਾ ਹੈ ਨਾ, ਉਹ ਲਗਭਗ ਅੱਧ ਦਾ ਹੈ, ਕਿਉਂਕਿ ਅਖੀਰ 'ਚ ਜਾ ਕੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਫਲ ਗੁਣ ਆਨੰਦ ਉਪਾਰਜਨ। ਜੋ ਫੱਗਣ ਦਾ ਮਹੀਨਾ ਉੱਥੇ ਆਨੰਦ ਹੈ, ਉੱਥੇ ਸੰਪੂਰਨਤਾ ਹੈ। ਪਰ ਇਸ ਵਾਸਤੇ ਥੋੜਾ ਜਿਹਾ ਆਪਣੇ ਆਪ ਨੂੰ ਪੜਚੋਲਣ ਦੀ ਵੀ ਲੋੜ ਹੈ। ਭਈ ਅਸਾਂ ਲਗਭਗ ਕਤਕ ਤੱਕ ਆ ਗਏ ਹਾਂ, ਲਗਭਗ 5-6 ਮਹੀਨੇ ਹੋ ਗਏ, ਅੱਧ ਸਮਾਂ ਜਿਹੜਾ ਨਿਕਲ ਚੁੱਕਿਆ ਹੈ। ਤੇ ਜੋ ਸਾਡਾ ਸਫ਼ਰ ਹੈ, ਜਿਸ ਸਫ਼ਰ ਤੇ ਅਸੀਂ ਨਿਕਲੇ ਹਾਂ, ਜੋ ਸਫ਼ਰ ਅਸਾਂ ਆਰੰਭਿਆ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਉਹ ਸਫ਼ਰ ਤੇ ਅਸੀਂ ਕਿੰਨਾ ਕੁ ਤੁਰੇ ਹਾਂ, ਉਹ ਸਫ਼ਰ ਤੇ ਅਸੀਂ ਹਾਲੇ ਕਿੰਨੇ ਕੁ ਦੂਰ ਤੱਕ ਆਏ ਹਾਂ, ਆਪਣਾ ਕੋਈ ਕਦਮ ਪੁੱਟਿਆ ਵੀ ਜਾਂ ਨਹੀਂ, ਤਾਂ ਕਿ ਪੜਚੋਲ ਕਰ ਸਕੀਏ ਕਿ ਅਗਾਂਹ ਕਿੰਨੀ ਕੁ ਮਿਹਨਤ ਦੀ ਲੋੜ ਹੈ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਜੋ ਕਤਕ ਕਰਮ ਕਮਾਏ ਨੇ, ਦੋਸ਼ ਨਾ ਕਾਹੂ ਜੋਗ, ਉਹਦੇ ਫਲ ਸਰੂਪ ਜੋ ਕੁਝ ਹੈ ਤੇਰੇ ਸਾਹਮਣੇ ਹੈ। ਤੇ ਜੇ ਕੋਈ ਜੀਵਨ 'ਚ ਬਹੁਤਾ ਬਦਲਾਅ ਨਹੀਂ ਆਇਆ, ਜੋ ਜੀਵਨ ਦੇ ਵਿੱਚ ਬੁਰਾਈਆਂ, ਔਗੁਣ ਤੇ ਵਿਕਾਰ ਪਹਿਲਾਂ ਵੀ ਸਨ, ਜਦੋਂ ਸਫ਼ਰ ਆਰੰਭਿਆ ਤੇ ਲਗਭਗ ਅੱਧਾ ਸਮਾਂ ਨਿਕਲ ਗਿਆ, ਹਾਲੇ ਵੀ ਉੱਥੇ ਖਲੋਤਾ ਹੈ, ਤੇ ਜਾਂ ਦੋਸ਼ ਨਾ ਕਿਸੇ ਦੂਜੇ ਨੂੰ ਨਾ ਦਵੇ। ਕਿਉਂਕਿ ਚੇਤੇ ਰੱਖਣ ਵਾਲੀ ਗੱਲ ਹੈ, ਕਦੇ ਵੀ ਮਨੁੱਖ ਆਪਣੇ ਆਪ ਨੂੰ ਗਲਤ ਨਹੀਂ ਜੇ ਕਹਿੰਦਾ। ਕਦੇ ਵੀ ਮਨੁੱਖ ਆਪਣੇ ਆਪ ਨੂੰ ਗਲਤ ਨਹੀਂ ਕਹਿੰਦਾ। ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਨੇ ਕਿ ਆਪਨ ਜਿਹੜਾ ਹੈ, ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤਿਨ ਜਾਣੈ। ਮਨੁੱਖ ਤੇ ਜੇ ਆਪਣੇ ਵੱਲੋਂ ਕੋਈ ਕੰਮ ਕਰੇ, ਕੋਈ ਚੱਜਦਾ ਕੰਮ ਕਰੇ, ਤੇ ਉਸਨੂੰ ਤੇ ਸੁਮੇਰ ਪਰਬਤ ਵਰਗੀ ਤਰਜੀਹ ਦਿੰਦਾ ਹੈ, ਵੱਡਾ ਕਰਦਾ ਹੈ। ਪਰ ਜੋ ਪਰਮਾਤਮਾ ਹੈ, ਜਿਹਨੇ ਸਭ ਕੁਝ ਵਿੱਚ ਵਰਤ ਕੇ ਕਰਾਇਆ, ਉਸਨੇ ਤੇ ਕੱਖ ਜਾਣਦਾ ਹੈ। ਤੇ ਜੇ ਆਪਣੇ ਰਾਹੀਂ ਕੋਈ ਕੰਮ ਨਾ ਹੋਵੇ, ਕੋਈ ਕੰਮ ਵਿਗੜ ਜਾਏ,
ਫਿਰ ਹਮੇਸ਼ਾ ਇਸ ਦਾ ਦੋਸ਼ ਉਹ ਦੂਜੇ ਨੂੰ ਹੀ ਮੜਦਾ ਹੈ। ਉਹ ਕਹਿੰਦਾ ਜੀ ਮੈਂ ਤੇ ਆਪਣੇ ਵੱਲੋਂ ਬੜਾ ਸੋਹਣਾ ਕੰਮ ਕੀਤਾ, ਮੈਂ ਤੇ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ, ਜਿਹੜਾ ਦੂਜਾ ਸੀ ਨਾ ਉਸ ਨੇ ਕੰਮ ਨੂੰ ਵਿਗਾੜ ਕੇ ਰੱਖ ਦਿੱਤਾ। ਬੰਦਾ ਕਹਿੰਦਾ ਮੇਰੀ ਗਲਤੀ ਨਹੀਂ ਹੈ, ਉਹ ਦੂਜੇ ਨੇ ਕੰਮ ਕੀਤਾ ਹੈ। ਜੇ ਉਹ ਨਾ ਹੁੰਦਾ ਤੇ ਕੰਮ ਹੋ ਹੀ ਜਾਣਾ ਸੀ। ਕੋਈ ਜੀਵਨ ਦੀ ਗਲਤੀ ਹੋਵੇ, ਕੋਈ ਜੀਵਨ ਦੇ ਵਿੱਚ ਆਈ ਪਰੇਸ਼ਾਨੀ ਹੋਵੇ, ਕੋਈ ਜੀਵਨ ਦੇ ਵਿੱਚ ਕੰਮ ਵਿਗੜਿਆ ਹੋਵੇ, ਉਸ ਦਾ ਦੋਸ਼ ਇਹਨੇ ਹਮੇਸ਼ਾ ਦੂਜੇ ਨੂੰ ਦੇਣਾ ਜਿਹੜਾ ਨਾਲ ਹੈ। ਤੇ ਜੇ ਕੋਈ ਨਾਲ ਨਾ ਹੋਵੇ, ਭਈ ਜੇ ਕੋਈ ਨਾਲ ਹੋਵੇ ਨਾ, ਕੋਈ ਇਨਵੋਲਵ ਨਾ ਹੋਵੇ, ਕੋਈ ਇਸ ਕੰਮ ਦੇ ਵਿੱਚ ਹੈ ਹੀ ਨਹੀਂ ਜੀ, ਭਈ ਇਕੱਲਾ ਹੀ ਸੀ ਤੂੰ, ਤਾਂ ਵੀ ਕੰਮ ਕਿਵੇਂ ਵਿਗੜ ਗਿਆ। ਉਦੋਂ ਜੇ ਕੋਈ ਨਾਲ ਦੋਸ਼ ਦੇਣ ਵਾਲਾ ਨਾ ਹੋਵੇ ਤੇ ਫਿਰ ਤੇ ਪਰਮਾਤਮਾ ਹੈ ਹੀ। ਜਿਵੇਂ ਤੇ ਬੜੀ ਮਿਹਨਤ ਕੀਤੀ ਹੈ, ਰੱਬੀ ਦੁਸ਼ਮਣ ਬਣਿਆ ਹੋਇਆ ਹੈ। ਜੀ ਮੈਂ ਤੇ ਆਪਣੇ ਵੱਲੋਂ ਬਹੁਤ ਸੋਹਣਾ ਕੰਮ ਕੀਤਾ, ਬੜੀ ਸੋਚ ਵਿਚਾਰ ਕੀਤੀ, ਰੱਬ ਹੀ ਨਹੀਂ ਚਾਹੁੰਦਾ ਕਿ ਮੈਂ ਗਾਂਹ ਵਧਾਂ, ਰੱਬ ਹੀ ਨਹੀਂ ਚਾਹੁੰਦਾ ਮੇਰਾ ਕੰਮ ਸਵਰੇ, ਰੱਬ ਹੀ ਮੇਰਾ ਦੁਸ਼ਮਣ ਹੈ, ਰੱਬ ਨੇ ਕੰਮ ਵਿਗਾੜਿਆ। ਇਸ ਨੇ ਹਮੇਸ਼ਾ ਦੋਸ਼ ਦੂਜੇ ਨੂੰ ਹੀ ਦੇਣਾ ਹੈ, ਭਾਵੇਂ ਕੋਈ ਮਨੁੱਖ ਹੋਵੇ, ਸਾਥੀ ਹੋਵੇ ਜਾਂ ਫਿਰ ਉਹ ਰੱਬ ਹੋਵੇ। ਗੁਰੂ ਸਾਹਿਬ ਜੀ ਨੇ ਗੁਰਮਤਿ ਦੇ ਵਿੱਚ ਗੱਲ ਹੀ ਇੱਥੋਂ ਆਰੰਭ ਕੀਤੀ ਹੈ, ਸਮਝਾਉਣਾ ਕੀਤਾ ਹੈ। ਕਹਿੰਦੇ ਭਾਈ ਜਦੋਂ ਵੀ ਜੀਵਨ ਦੇ ਰਾਹ ਤੇ ਤੁਰੇ, ਭਾਵੇਂ ਚੰਗਾ ਹੈ ਮੰਦਾ ਹੈ, ਉਹਨੂੰ ਆਪਣੇ ਆਪ ਵਿੱਚ ਪ੍ਰਵਾਨ ਕਰੀ, ਸੱਚਾਈ ਤੋਂ ਨਾ ਦੌੜੀ। ਤੇ ਸੱਚਾਈ ਕੀ ਹੈ? ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਕਈ ਉਸ ਰੱਬ ਦੇ ਨਾਲ ਨੇ, ਨੇੜੇ ਹਨ, ਕਈ ਸੰਸਾਰ 'ਚ ਵਿਚਰਦੇ ਉਸ ਰੱਬ ਤੋਂ ਦੂਰ ਹਨ। ਤੇ ਜੇ ਨੇੜੇ ਨੇ ਤੇ ਭਾਈ ਉਹਨਾਂ ਦੇ ਆਪਣੇ ਕਰਮ ਨੇ, ਤੇ ਜੇ ਉਹ ਦੂਰ ਨੇ ਤੇ ਤਾਂ ਵੀ ਉਹਨਾਂ ਦੇ ਆਪਣੇ ਕਰਮ ਨੇ। ਉਹਨਾਂ ਕਰਮਾਂ ਕਰਕੇ ਹੀ ਕਈ ਰੱਬ ਤੋਂ ਦੂਰ ਨੇ, ਆਪਣੇ ਕਰਮਾਂ ਕਰਕੇ ਹੀ ਕਈ ਰੱਬ ਤੋਂ ਨੇੜੇ ਨੇ। ਇਸ ਵਾਸਤੇ ਕੋਈ ਸੱਚਾਈ ਤੋਂ ਦੌੜਨ ਦੀ ਲੋੜ ਨਹੀਂ ਹੈ। ਗੁਰੂ ਪਾਤਸ਼ਾਹ ਜੀ ਨੇ ਬੜਾ ਸਪਸ਼ਟ ਬਾਣੀ 'ਚ ਵਿਚਾਰ ਦਿੱਤਾ ਹੈ ਕਿ ਦੱਦਹਿ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਭਲਿਆ ਬੇਸ਼ੱਕ ਤੇਰਾ ਦੋਸ਼ ਨਾ ਵੀ ਹੋਵੇ, ਪਰ ਤੂੰ ਇਹ ਨਾ ਕਵੀ ਨਾ ਜੀ ਮੇਰਾ ਤੇ ਹੈ ਹੀ ਨਹੀਂ, ਪੜਚੋਲ ਕਰਨੀ ਬਣਦੀ ਹੈ। ਦੂਜਿਆਂ ਨੂੰ ਦੋਸ਼ ਦੇਣਾ ਨਹੀਂ ਬਣਦਾ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਮਾਲਕ ਜੀ ਹੋ ਸਕਦਾ ਮੈਂ ਅਣਜਾਣ, ਆਪਣੇ ਵੱਲੋਂ ਤੇ ਅਸੀਂ ਕਹਿੰਦੇ ਆ ਨਾ ਭਈ ਨਹੀਂ ਗਲਤੀ ਹੋਈ, ਨਹੀਂ ਅਸਾਂ ਕੁਝ ਕੀਤਾ, ਪਰ ਜੋ ਸਾਨੂੰ ਕਰਮ ਚੇਤੇ ਨੇ ਉਹਨਾਂ ਮੁਤਾਬਕ ਹੀ ਤੇ ਕਹਿ ਰਹੇ ਨੇ। ਪਰ ਕਈ ਕਰਮ ਤੇ ਅਚੇਤ ਨੇ ਜੋ ਸਾਡੇ ਕੋਲੋਂ ਹੋ ਗਏ, ਜਿਹੜੇ ਕਰਮ ਸਾਡੇ ਕੋਲੋਂ ਹੋ ਗਏ ਪਤਾ ਵੀ ਨਹੀਂ ਲੱਗਿਆ, ਪਰ ਗਿਣਤੀ ਤੇ ਹੋਈ ਨਾ ਉਹਨਾਂ ਦੇ ਕਰਮਾਂ ਦੀ ਵੀ। ਗਿਣਤੀ ਤੇ ਉਹਨਾਂ ਕਰਮਾਂ ਦੀ ਵੀ ਫਿਰ ਵੀ ਹੋਵੇਗੀ, ਕਿਉਂਕਿ ਰੱਬ ਦੀ ਨਜ਼ਰਾਂ ਤੋਂ ਓਲੇ ਨਹੀਂ ਹਨ। ਜੋ ਕਰਮ ਅਸਾਂ ਕੀਤੇ ਕਈ ਸਾਡੇ ਜ਼ਿਹਨ ਚੋਂ ਨਿਕਲ ਗਏ, ਕਈ ਵੱਲ ਸਾਡਾ ਧਿਆਨ ਨਹੀਂ ਗਿਆ, ਪਰ ਪਰਮਾਤਮਾ ਦੀ ਨਜ਼ਰਾਂ ਤੋਂ ਕੋਈ ਓਲੇ ਨਹੀਂ ਹੋ ਸਕਿਆ। ਇੱਕ ਇੱਕ ਕਰਮ ਦੇ ਉੱਤੇ ਉਸ ਦੀ ਨਿਗਾਹ ਹੈ। ਅੱਗੋਂ ਦੇਖੈ ਪਿੱਛੋਂ ਦੇਖੈ, ਤਿਸ ਤੇ ਕਹਾਂ ਛਪਾਵੈ। ਤੇ ਇਕੱਲੇ ਮਾੜੇ ਕਰਮਾਂ ਦੀ ਗੱਲ ਨਹੀਂ ਹੈ ਕਿ ਆਪਾਂ ਆਪਣੇ ਅੰਤਰਾਤਮੇ ਦੁਖੀ ਹੋ ਜਾਈਏ, ਚੰਗੇ ਕਰਮਾਂ ਦੀ ਵੀ ਗੱਲ ਹੈ। ਕਈ ਵਾਰ ਮਨੁੱਖ ਅਚੇਤ ਅਵਸਥਾ ਦੇ ਵਿੱਚ ਅਚੇਤ ਹੀ ਚੰਗਾ ਕਰਮ ਕਰ ਜਾਂਦਾ ਹੈ, ਪਰ ਉਸ ਦਾ ਸਾਨੂੰ ਚੇਤੇ ਵੀ ਨਹੀਂ ਹੁੰਦਾ, ਤੇ ਪਰਮਾਤਮਾ ਉਸ ਚੰਗੇ ਕਰਮ ਨੂੰ ਨਹੀਂ ਵਿਸਾਰਦਾ। ਉਹ ਤੇ ਉਸ ਨੂੰ ਵੀ ਚੇਤੇ ਰੱਖਦਾ ਹੈ, ਤੇ ਜੀਵਨ 'ਚ ਕਿਤੇ ਨਾ ਕਿਤੇ ਉਸ ਦਾ ਫਲ ਵੀ ਦਿੰਦਾ ਹੈ। ਬੜੀ ਸੋਹਣੀ ਗੱਲ ਹੈ। ਕਹਿੰਦੇ ਇੱਕ ਮਨੁੱਖ ਅਤ ਸ਼ਰਾਬੀ, ਨਾ ਕਦੇ ਕਿਸੇ ਦਾ ਭਲਾ ਕੀਤਾ ਹੈ, ਨਾ ਕਦੇ ਰੱਬ ਦਾ ਨਾਮ ਲਿੱਤਾ ਹੈ। ਰਾਹ ਦੇ ਉੱਤੇ ਸ਼ਾਮ ਦਾ ਵੇਲਾ ਤੁਰੀ ਜਾ ਰਿਹਾ ਹੈ, ਕਿਸੇ ਕਾਗਜ਼ ਦੇ ਉੱਤੇ ਨਜ਼ਰ ਪਈ, ਕਿਸੇ ਕਾਗਜ਼ ਦੇ ਉੱਤੇ ਨਜ਼ਰ ਪਈ। ਤੇ ਸ਼ਰਾਬੀ ਦਾ ਕੀ ਹੈ,
ਕਹਿੰਦੇ ਉਸ ਦੀ ਨਜ਼ਰ ਜਦੋਂ ਕਾਗਜ਼ ਦੇ ਉੱਤੇ ਪਈ, ਕੋਈ ਸਮਝ ਨਹੀਂ, ਕੋਈ ਸੁੱਝੀ ਨਹੀਂ ਹੈ, ਪਤਾ ਨਹੀਂ ਕੀ ਮਨ ਆਇਆ, ਉਸ ਕਾਗਜ਼ ਨੂੰ ਚੁੱਕਿਆ ਤੇ ਜਿਹੜਾ ਰਾਹ ਦੇ ਵਿੱਚ ਰੁਲਦਾ ਸੀ, ਰਾਹ ਦੇ ਉੱਤੇ ਪਿਆ ਹੋਇਆ ਸੀ, ਉਸ ਕਾਗਜ਼ ਨੂੰ ਚੁੱਕ ਕੇ ਕੰਧ ਨਾਲ ਬਣੀ ਹੋਈ ਤੇ ਕੰਧ ਦੇ ਉੱਤੇ ਰੱਖ ਦਿੱਤਾ। ਅਗਾਂਹ ਚਲਾ ਗਿਆ, ਅਗਾਂਹ ਚਲਾ ਗਿਆ। ਸਮਾਂ ਪਾ ਕੇ ਮੌਤ ਹੋ ਗਈ। ਜਦੋਂ ਮੌਤ ਹੋ ਗਈ, ਰੱਬ ਦੀ ਦਰਗਾਹ 'ਚ ਗਿਆ, ਰੱਬ ਦੀ ਦਰਗਾਹ ਦੇ ਵਿੱਚ ਗਿਆ। ਇਸਲਾਮ ਦੇ ਦਾਇਰੇ ਵਿੱਚ ਰਹਿਣ ਵਾਲਾ ਉਹ ਮਨੁੱਖ ਸੀ। ਜਦੋਂ ਖੁਦਾ ਦੇ ਸਾਹਮਣੇ ਹੋਇਆ, ਅਜ਼ਾਇਲ ਫਰਿਸ਼ਤੇ ਉਸ ਨੂੰ ਫੜ ਕੇ ਲੈ ਕੇ ਗਏ। ਪੁੱਛਿਆ ਉਸ ਖੁਦਾ ਨੇ, ਭਈ ਦੱਸੋ ਇਸ ਦਾ ਲੇਖਾ ਜੋਖਾ ਕੀ ਹੈ? ਕਹਿੰਦੇ, ਖੁਦਾ ਜੀ, ਇਸਨੇ ਤੇ ਕੋਈ ਜੀਵਨ 'ਚ ਚੰਗਾ ਕਰਮ ਕੀਤਾ ਹੀ ਨਹੀਂ, ਇਹ ਤੇ ਨਰਕਾਂ 'ਚ ਢੋਇਆ ਜਾਏਗਾ। ਉਹਨੂੰ ਸਜ਼ਾ ਮੁਕਰਰ ਕਰ ਰਹੇ ਨੇ ਜੀ, ਇਸ ਨੂੰ ਇਹੋ ਜਿਹੀ ਸਜ਼ਾ ਮਿਲੇਗੀ, ਕੜਵ ਤੇ ਤਪਦੇ ਕੜਾਹ 'ਚ ਪਾਇਆ ਜਾਏਗਾ, ਦੋਜ਼ਖ ਦੀ ਅੱਗ ਵਿੱਚ ਇਹਨੂੰ ਸਾੜਨਾ ਹੋਏਗਾ। ਚੰਗਾ ਕਰਮ ਕੋਈ ਕੀਤਾ ਹੀ ਨਹੀਂ। ਇਹ ਸੁਣੀ ਜਾਏ, ਬੜਾ ਡਰੀ ਜਾਏ, ਉਦੋਂ ਪਛਤਾਵੇ। ਕਹਿੰਦੇ ਇਸ ਨੂੰ ਜਿਹੜਾ ਫੜ ਕੇ ਹੁਣ ਦੋਜ਼ਖ ਦੀ ਅੱਗ 'ਚ ਸਾੜਨ ਵਾਸਤੇ ਲੈ ਕੇ ਜਾ ਰਹੇ ਨੇ। ਇੱਕਦਮ ਫਜ਼ਰਾਇਲ, ਜੋ ਇਜ਼ਰਾਇਲ ਫਰਿਸ਼ਤਾ ਹੈ, ਕਹਿੰਦੇ ਆਵਾਜ਼ ਦਿੱਤੀ, ਪਰਮਾਤਮਾ ਜੀ, ਖੁਦਾ ਜੀਓ, ਇੱਕ ਕਰਮ ਇਸਨੇ ਚੰਗਾ ਕੀਤਾ ਹੈ ਤੇ ਇੰਨਾ ਉੱਚਾ, ਇਤਨਾ ਜਿਹੜਾ ਹੈ, ਇੰਨਾ ਸੋਹਣਾ ਕਰਮ ਕੀਤਾ ਹੈ ਕਿ ਇਸ ਨੂੰ ਦੋਜ਼ਖ ਦੀ ਅੱਗ 'ਚ ਸਾੜਿਆ ਨਹੀਂ ਜਾ ਸਕਦਾ। ਉਹ ਵੀ ਹੈਰਾਨ, ਕਹਿੰਦੇ ਮੈਂ ਆਪਣੇ ਜੀਵਨ 'ਚ ਕੋਈ ਕਰਮ ਕੀਤਾ ਹੈ, ਉਹ ਵੀ ਨਾ ਸੋਹਣਾ ਕੋਈ ਕਰਮ ਕਿ ਜਿਸ ਕਰਮ ਰਾਹੀਂ ਮੈਂ ਦੋਜ਼ਖ ਦੀ ਅੱਗ 'ਚੋਂ ਸੜਨ ਤੋਂ ਬਚ ਜਾਵਾਂ। ਖੁਦਾ ਪੁੱਛਦਾ ਹੈ, ਦੱਸੋ ਕੀ ਕੰਮ ਕੀਤਾ ਹੈ? ਕਹਿੰਦੇ ਜੀ, ਰਾਹ ਦੇ ਉੱਤੇ ਜਾ ਰਿਹਾ ਸੀ, ਕਾਗਜ਼ ਦੇ ਉੱਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਸੀ। ਜਿਸ ਕਾਗਜ਼ ਨੂੰ ਇਹਨੇ ਚੁੱਕ ਕੇ ਉੱਚੀ ਥਾਂ ਤੇ ਰੱਖਿਆ, ਸਾਈਡ 'ਚ ਕੰਧ ਦੇ ਉੱਤੇ ਰੱਖ ਦਿੱਤਾ, ਉਹ ਕਾਗਜ਼ ਦੇ ਉੱਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ, ਰੱਬ ਦਾ ਕਲਾਮ ਲਿਖਿਆ ਹੋਇਆ ਸੀ। ਇਹਨੇ ਉਸ ਨਾਮ ਨੂੰ ਉੱਚਾ ਕੀਤਾ ਹੈ। ਉਹ ਖੁਦਾ ਬੜਾ ਪ੍ਰਸੰਨ ਹੋਇਆ। ਕਹਿੰਦੇ, ਭਲਿਆ ਠੀਕ ਹੈ, ਤੂੰ ਮੈਨੂੰ ਉੱਚਾ ਕੀਤਾ, ਮੈਂ ਤੈਨੂੰ ਉੱਚਾ ਕੀਤਾ। ਇਹਨੂੰ ਭਾਈ ਦੋਜ਼ਖ ਦੀ ਅੱਗ 'ਚ ਨਹੀਂ ਸਾੜਿਆ ਜਾਏਗਾ, ਇਹਨੂੰ ਵਡਿਆਈ ਦਿਓ, ਇਹਨੂੰ ਸਨਮਾਨਿਤ ਕਰੋ। ਉਦੋਂ ਇਹ ਹੈਰਾਨ ਵੀ ਹੁੰਦਾ ਹੈ, ਉਦੋਂ ਇਹ ਪਛਤਾਉਂਦਾ ਵੀ ਹੈ ਕਿ ਰੱਬ ਦੀ ਭਗਤੀ ਕਰਨ ਦਾ, ਰੱਬ ਦੇ ਨਾਮ ਤੇ ਉਸ ਰੱਬ ਦੇ ਨਾਮ ਦੀ ਵਡਿਆਈ ਕਰਨ ਦਾ ਇੰਨਾ ਫਲ, ਜੋ ਕਰਮ ਮੈਂ ਅਚੇਤ ਅਵਸਥਾ 'ਚ ਕੀਤਾ, ਏਡਾ ਵੱਡਾ ਫਲ। ਤੇ ਜੇ ਮੈਂ ਚੇਤਨ ਅਵਸਥਾ ਵਿੱਚ ਕਿਤੇ ਨਾਮ ਧਿਆਉਂਦਾ, ਜੇ ਕਿਤੇ ਸੁਚੇਤ ਹੋ ਕੇ ਉਸ ਖੁਦਾ ਦੀ ਬੰਦਗੀ ਕਰਦਾ, ਤੇ ਕਿੰਨਾ ਕੁ ਲਾਭ ਮੈਨੂੰ ਹੋਣਾ ਸੀ। ਇਸ ਵਾਸਤੇ ਜਦੋਂ ਵੀ ਅਸਾਂ ਰੱਬ ਦੇ ਚਰਨਾਂ 'ਚ ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਕੋਈ ਕੰਮ ਵਿਗੜੇ ਤੇ ਸੀ ਉਸ ਰੱਬ ਨੂੰ ਗਿਲਾ ਕਰਦੇ ਹਾਂ, ਕਦੇ ਵੀ ਆਪਣੇ ਕਰਮਾਂ ਦੀ ਦੁਹਾਈਆਂ ਨਾ ਪਾਈਏ। ਮਾਲਕ ਜੀ, ਅਸੀਂ ਤੇ ਭਲਾ ਕੀਤਾ ਹੈ, ਰੱਬ ਜੀਓ ਅਸੀਂ ਤੇ ਬੜੇ ਪਾਠ ਕੀਤੇ ਨੇ, ਰੱਬ ਜੀਓ ਅਸੀਂ ਤੇ ਬੜੇ ਚੰਗੇ ਕਰਮ ਕੀਤੇ ਨੇ। ਕਿਉਂਕਿ ਭਲਿਓ, ਜੋ ਸਾਨੂੰ ਚੇਤੇ ਹੈ ਅਸਾਂ ਉਸ ਦੇ ਆਧਾਰ ਤੇ ਕਹਿ ਰਹੇ ਹਾਂ, ਪਰ ਜੋ ਅਸਾਂ ਅਚੇਤ ਅਵਸਥਾ 'ਚ ਜਾਣੇ ਅਣਜਾਣੇ ਸਾਡੇ ਕੋਲੋਂ ਕਰਮ ਹੋਏ ਨੇ, ਜਿਨ੍ਹਾਂ ਦਾ ਚੇਤਾ ਸਾਨੂੰ ਨਹੀਂ ਹੈ, ਜੋ ਸਾਡੇ ਧਿਆਨ ਵਿੱਚ ਨਹੀਂ ਹਨ, ਜੋ ਸਾਡੀਆਂ ਨਜ਼ਰਾਂ ਤੋਂ ਓਲੇ ਹੋਏ ਹੋਏ ਨੇ, ਰੱਬ ਦੀ ਗਿਣਤੀ ਵਿੱਚ ਤੇ ਉਹ ਵੀ ਨੇ ਨਾ। ਇਸ ਵਾਸਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ। ਇਹੋ ਜਿਹੀਆਂ ਕਈ ਉਦਾਹਰਨਾਂ ਨੇ ਜੋ ਇਤਿਹਾਸ ਤੇ ਮਿਥਿਹਾਸ ਤੇ ਸਿੱਖਿਆ ਦੇ ਸੰਬੰਧ ਵਿੱਚ ਜੁੜੀਆਂ ਹੋਈਆਂ। ਰਾਜਾ ਅਜੈ ਬਾਣੀ 'ਚ ਉਦਾਹਰਣ ਦਿੱਤੀ ਹੋਈ ਹੈ, ਅਜੈ ਸੋ ਰੋਵੈ ਭਿਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ। ਵੱਡਾ ਵੱਡਾ ਰਾਜਾ ਸੀ, ਦਰ ਤੇ ਕੋਈ ਬ੍ਰਾਹਮਣ ਆਇਆ, ਉਸਨੇ ਭਿਖਿਆ ਮੰਗੀ, ਕ੍ਰੋਧ ਵਿੱਚ ਸੀ, ਉਸ ਵੇਲੇ ਖਿਜਿਆ ਹੋਇਆ ਸੀ, ਬੜਾ ਗੁੱਸੇ ਸੀ। ਕਹਿੰਦੇ ਘੋੜੇ ਦੀ ਲਿੱਦ ਜਿਹੜੀ ਸੀ ਉਹ ਹੀ ਚੁੱਕ ਕੇ ਭਿਖਿਆ ਵਿੱਚ ਦੇ ਦਿੱਤੀ, ਦੱਖਣਾ ਵਿੱਚ ਦੇ ਦਿੱਤੀ, ਦਾਨ ਵਿੱਚ। ਕਹਿੰਦੇ ਦਾਨ ਦਿੱਤਾ ਹੋਇਆ ਵਧਿਆ ਫੁੱਲਿਆ। ਜਦੋਂ ਦਰਗਾਹ 'ਚ ਪਹੁੰਚਿਆ, ਘੋੜੇ ਦੀ ਥੋੜੀ ਜਿਹੀ ਦਿੱਤੀ ਹੋਈ ਲਿੱਦ ਬੜੀ ਢੇਰ ਬਣ ਗਈ।
ਜੋ ਇਤਿਹਾਸ 'ਚ ਉਹਨਾਂ ਲਿਖਿਆ ਹੋਇਆ, ਉਹਨਾਂ ਦੇ ਗ੍ਰੰਥਾਂ ਵਿੱਚ। ਉਹ ਬੜਾ ਰੋਵੇ, ਕਹਿੰਦੇ ਭਈ ਦਾਨ ਹੈ, ਜੋ ਦਿੱਤਾ ਹੈ ਉਹੀ ਮਿਲੇਗਾ ਨਾ। ਤੇ ਜੋ ਕੋ ਦਾਨ ਤੋਂ ਦਿੱਤਾ ਹੈ ਉਹ ਵਧਿਆ ਫੁੱਲਿਆ ਹੈ। ਹੁਣ ਵਧਿਆ ਫੁੱਲਿਆ ਤੇ ਹੁਣ ਜੋ ਥੋੜੀ ਜਿਹੀ ਦਿੱਤੀ ਸੀ ਉਹ ਢੇਰ ਬਣ ਗਈ। ਤੇ ਦਿੱਤਾ ਹੋਇਆ ਦਾਨ ਤੇ ਪਹੁੰਚਣਾ ਪਏਗਾ, ਦਿੱਤਾ ਹੋਇਆ ਦਾਨ ਤੇ ਪਹੁੰਚਣਾ ਪਏਗਾ। ਕਹਿੰਦੇ ਕਿਵੇਂ ਨੂੰ ਖਾਣਾ ਹੈ, ਖਾ ਕੇ ਮੁਕਾਣਾ ਪਏਗਾ। ਤੇ ਕਹਿੰਦੇ ਜੀ ਬੜਾ ਔਖਾ ਕੰਮ ਹੈ। ਬੇਨਤੀ ਕਰਦਾ, ਤਰਲੇ ਕਰਦਾ। ਉਹ ਅਗਾਂਹ ਕੋਈ ਗੱਲ ਵੱਖਰੀ ਹੈ ਕਿ ਫਿਰ ਉਹਨੂੰ ਕੋਈ ਰਾਹ ਦੱਸਦੇ ਨੇ, ਜਿਵੇਂ ਉਹਨਾਂ ਦੀਆਂ ਸਾਖੀਆਂ ਕਹਿੰਦੀਆਂ ਨੇ। ਪਰ ਜੋ ਮੁੱਖ ਗੱਲ ਹੈ ਉਹ ਇਹੀ ਹੈ, ਜੋ ਕੋਈ ਅਸੀਂ ਦਿੰਦੇ ਹਾਂ ਦਾਨ ਵਿੱਚ, ਭਾਉ ਕਹਿਣ ਦਾ ਜੋ ਸਾਡੇ ਵੱਲੋਂ ਕਿਸੇ ਨੂੰ ਦਿੱਤਾ ਜਾ ਰਿਹਾ ਹੈ, ਉਹਨੇ ਵਧਣਾ ਫੁੱਲਣਾ ਤੇ ਹੈ ਹੀ ਹੈ ਨਾ। ਜੇ ਅਸਾਂ ਕਿਸੇ ਦੀ ਮਦਦ ਕਰਕੇ, ਕਿਸੇ ਨੂੰ 10 ਰੁਪਈਏ ਦੇ ਕੇ 100 ਤੇ 1000 ਦੀ ਆਸ ਲਾ ਕੇ ਬੈਨੇ ਆ ਨਾ, ਭਾਈ ਕਿਸੇ ਨੂੰ 10 ਰੁਪਈਏ ਦੇਵਾਂਗੇ, ਕਿਸੇ ਨੂੰ 100 ਰੁਪਈਏ ਦੇਵਾਂਗੇ ਤੇ ਰੱਬ ਸਾਨੂੰ 1000 ਦੇਗਾ। ਤੇ ਇਕੱਲਾ ਇਹੋ ਜਿਹੇ ਕੰਮਾਂ ਵਿੱਚ ਹੀ ਕਿਉਂ ਸੋਚ ਕੇ ਬੈਠਦੇ ਹੋ? ਇਹ ਕਿਉਂ ਨਹੀਂ ਸੋਚਦੇ ਪਏ ਜੇ ਅਸਾਂ ਇੱਕ ਵਾਰੀ ਕਿਸੇ ਨੂੰ ਫਿੱਕਾ ਬੋਲਾਂਗੇ ਤੇ 100 ਫਿੱਕੇ ਬੋਲ ਵੀ ਤੇ ਸਾਨੂੰ ਸੁਣਨ ਮਿਲਣਗੇ, ਵਧੇਗਾ ਨਾ ਉਹ ਵੀ। ਜੇ ਅਸੀਂ ਕਿਸੇ ਨੂੰ ਇੱਕ ਵਾਰੀ ਗਾਲਾਂ ਕੱਢਾਂਗੇ ਤੇ ਫਿਰ 100 ਗਾਲਾਂ ਰੱਬ ਵੱਲੋਂ ਸਾਨੂੰ ਵੀ ਕੱਢਣ ਜਿਹੜੀਆਂ ਸੁਣਨ ਨੂੰ ਮਿਲਣਗੀਆਂ। ਤੇ ਮਿਲਣਗੀਆਂ ਕਿਸ ਤਰ੍ਹਾਂ? ਕਿਸੇ ਮਨੁੱਖ ਰਾਹੀਂ ਮਿਲਣਗੀਆਂ। ਜੇ ਅਸਾਂ ਕਿਸੇ ਦੇ ਦਿਲ ਨੂੰ ਦੁਖਾਵਾਂਗੇ, ਇੱਕ ਵਾਰੀ ਕਿਸੇ ਦੇ ਦਿਲ ਨੂੰ ਦੁਖਾਵਾਂਗੇ ਤੇ 100 ਵਾਰੀ ਸਾਡਾ ਵੀ ਦਿਲ ਦੁਖੇਗਾ। ਇਹ ਤੇ ਸਿਧਾਂਤ ਸਾਰਿਆਂ ਵਾਸਤੇ ਲਾਗੂ ਹੈ ਨਾ। ਕੱਲਾ ਦਾਨ ਦੇ ਵਿੱਚ ਥੋੜੀ ਨਾ ਕਿ ਭਈ ਆਪਾਂ ਕਿਸੇ ਨੂੰ ਪੈਸੇ ਦਿੱਤੇ, 10 ਰੁਪਏ ਦਿੱਤੇ ਤੇ 100 1000 ਮਿਲ ਜਾਣ। ਜੇ ਮਾੜਾ ਸੁਭਾਅ ਹੈ ਤੇ ਮਾੜੇ ਸੁਭਾਅ ਦੇ ਵਿੱਚ ਵੀ ਤੇ ਨਿਯਮ ਲਾਗੂ ਹੁੰਦਾ ਹੈ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਜੋ ਵਿਚਾਰ ਦਿੱਤੀ ਹੈ, ਕਤਿਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ। ਯੋਗ ਦਾ ਅਰਥ ਹੈ ਠੀਕ ਨਹੀਂ ਹੈ। ਜੇ ਕਿਸੇ ਦੀ ਗਲਤੀ ਹੈ ਤੇ ਹਾਂ ਹੈ, ਪਰ ਫੈਸਲਾ ਕਰਨ ਦਾ ਹੱਕ ਤੇ ਸਾਡੇ ਕੋਲ ਨਹੀਂ ਹੈ। ਅਸੀਂ ਆਪਣਾ ਬਚਾਅ ਰੱਖ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਕਿ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਏ। ਅਸੀਂ ਆਪ ਡਰ ਕੇ ਰਹੀਏ, ਅਸੀਂ ਆਪ ਡਰ ਕੇ ਰਹੀਏ। ਬਾਬਾ ਫਰੀਦ ਜੀ ਵੀ ਆਖਦੇ ਨੇ, ਬਾਬਾ ਫਰੀਦ ਜੀ ਦਾ ਵੀ ਬਚਨ ਆਉਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਐ ਭਾਈ ਜਿਹੜੇ ਲੋਕ ਨੇ, ਕਵੀ ਅਫਰੀਦਾ, ਜੇ ਤੂੰ ਅਕਲ ਲਤੀਫ, ਜੇ ਤੂੰ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਕਾਲੇ ਲਿਖ ਨਾ ਲੇਖ। ਜੀਵਨ ਦੇ ਵਿੱਚ ਕਰਮਾਂ ਦੀ ਸਿਆਹੀ ਨਾਲ ਕਾਲੇ ਲੇਖ ਨਾ ਲਿਖ। ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪਣੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੀਆਂ ਅੱਖਾਂ ਨੀਵੀਆਂ ਕਰਕੇ ਆਪਣੇ ਅੰਤਰ ਝਾਤੀ ਮਾਰ ਕੇ ਵੇਖ, ਆਪਣੇ ਜੀਵਨ ਨੂੰ ਪਰਖ। ਗੁਰੂ ਪਾਤਸ਼ਾਹ ਜੀ ਨੇ ਹਮੇਸ਼ਾ ਗੱਲ ਨੂੰ ਸਮਝਾਇਆ ਕਿ ਭਾਈ ਆਪਣੇ ਆਪ ਨੂੰ ਪਹਿਲਾਂ ਮਨ ਪ੍ਰਬੁੱਧ ਹੈ, ਆਪਣਾ ਪਛ ਹੈ ਅਵਰ ਰਿਝਾਵੇ। ਤੇ ਤਾਂ ਕਰਕੇ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ, ਠੀਕ ਨਹੀਂ ਹੈ। ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਬਾਬਤ ਵੀ ਫਰਮਾਨ ਕੀਤਾ ਹੈ, ਯੋਗ ਨਹੀਂ ਹੈ। ਹਾਂ, ਕੋਈ ਇਹ ਨਹੀਂ ਕਿ ਹਾਂ ਕੋਈ ਬੰਦਾ ਮਾੜਾ ਹੈ, ਨਹੀਂ ਹੈ। ਮਾੜੇ ਹੁੰਦੇ ਨੇ, ਬਹੁਤ ਨੇ, ਪਰ ਅਸੀਂ ਆਪਣੇ ਵੱਲੋਂ ਫੈਸਲਾ ਨਹੀਂ ਸੁਣਾ ਸਕਦੇ। ਮਾੜੇ ਤੇ ਅਸੀਂ ਵੀ ਹਾਂ, ਗਲਤੀਆਂ ਸਾਡੇ ਵਿੱਚ ਵੀ ਨੇ, ਪਰ ਫੈਸਲਾ ਕੌਣ ਕਰੇ? ਕਿੱਡੇ ਵੱਡੇ ਕਾਰਨਾਮੇ ਵਾਰਦਾਤਾਂ ਹੋ ਜਾਂਦੀਆਂ ਨੇ, ਅੱਖਾਂ ਸਾਹਮਣੇ ਖੂਨ ਹੋ ਜਾਂਦੇ ਨੇ, ਚੋਰੀਆਂ ਹੋ ਜਾਂਦੀਆਂ ਨੇ। ਫੈਸਲਾ ਕੌਣ ਸੁਣਾਉਂਦਾ ਹੈ? ਨਿਰਣਾ ਕੌਣ ਲੈਂਦਾ ਹੈ? ਜੱਜ ਲੈਂਦਾ ਹੈ।
ਜਦੋਂ ਕੇਸ ਪੈਂਦੇ ਨੇ, ਜਦੋਂ ਤੱਕ ਉਹ ਫੈਸਲਾ ਨਾ ਹੋ ਜਾਵੇ, ਜਦੋਂ ਤੱਕ ਜੱਜ ਨਿਰਣਾ ਨਾ ਕਰ ਦਵੇ, ਕੋਈ ਉਸ ਜ਼ੁਲਮੀ ਨੂੰ ਜਾਂ ਕਹਿ ਲਓ ਉਸ ਦੋਸ਼ੀ ਨੂੰ ਦੋਸ਼ੀ ਵੀ ਨਹੀਂ ਕਹਿ ਸਕਦਾ। ਇਹ ਸੰਸਾਰ ਦਾ ਨਿਯਮ ਹੈ। ਕਿਉਂ ਨਹੀਂ ਆਪਾਂ ਸਿੱਧ ਲੈਂਦੇ? ਤੇ ਅਸੀਂ ਆਪਣੇ ਵੱਲੋਂ ਕਿਸ ਨੂੰ ਹਰ ਇੱਕ ਪ੍ਰਤੀ ਆਪਣਾ ਨਿਰਣਾ ਸੁਣਾਈ ਜਾਂਦੇ ਹਾਂ। ਹਰ ਇੱਕ ਦੇ ਪ੍ਰਤੀ ਅਸਾਂ ਜੋ ਆਪਣੇ ਹਿਸਾਬ ਨਾਲ ਨਿਰਣਾ ਲੈ ਕੇ ਦੂਜਿਆਂ ਦੀ ਜਿਹੜੀ ਹੈ ਉਸ ਦੇ ਜੀਵਨ ਨੂੰ, ਉਸ ਦੇ ਨਿਰਣਾ ਲੈ ਕੇ ਉਸ ਨੂੰ ਪ੍ਰਗਟ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਬਚਨ ਕੀਤੇ ਨੇ, ਪਾਤਸ਼ਾਹ ਕਹਿਣ ਲੱਗੇ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਆਪਣੇ ਆਪ ਵਿੱਚ ਅਸੀਂ ਕਿੰਨੇ ਪੱਕੇ ਹਾਂ, ਕਿੰਨੇ ਕੱਚੇ ਹਾਂ, ਇਹ ਫੈਸਲਾ ਨਾ ਅਸੀਂ ਕਰ ਸਕਦੇ, ਨਾ ਕੋਈ ਦੂਜਾ ਕਰ ਸਕਦਾ ਹੈ। ਇਹ ਫੈਸਲਾ ਤੇ ਰੱਬ ਨੇ ਆਪ ਕਰਨਾ ਹੈ। ਜੇ ਪ੍ਰਵਾਨ ਕਰ ਲਿਆ ਰੱਬ ਨੇ ਤੇ ਅਸੀਂ ਪੱਕੇ ਹੋਏ ਹਾਂ, ਜੇ ਰੱਬ ਨੇ ਨਾ ਆਪਣੇ ਚਰਣੀ ਲਾਇਆ ਤੇ ਸਮਝੋ ਕੱਚੇ ਹਾਂ। ਇਸ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਪਏ, ਜੀਵਨ ਜਿਉਂਦਿਆਂ ਹੋਇਆਂ ਇਹ ਗੱਲ ਚੇਤੇ ਰੱਖੋ, ਨਾਨਕ ਉਤਮ ਨੀਚ ਨਾ ਕੋਈ, ਨਾ ਕੋਈ ਚੰਗਾ ਹੈ ਨਾ ਕੋਈ ਮੰਦਾ ਹੈ। ਕਿਉਂਕਿ ਕੱਚ ਪਕਾਈ ਉੱਥੇ ਪਾਏ। ਕੱਚੇ ਪੱਕੇ ਦੀ, ਚੰਗੇ ਮੰਦੇ ਦੀ ਜੋ ਫੈਸਲਾ ਹੈ, ਜੋ ਵਿਚਾਰ ਹੈ, ਉਹਦੇ ਪ੍ਰਤੀ ਨਿਰਣਾ ਲੈਣਾ, ਅਖੀਰਲਾ ਜੋ ਨਿਰਣਾ ਹੈ ਉਹ ਰੱਬ ਦੇ ਹੱਥ ਵਿੱਚ ਹੈ। ਹਾਂ, ਜੇ ਸਾਨੂੰ ਲੱਗਦਾ ਭਈ ਉਹ ਮਾੜਾ ਹੈ, ਅਸਾਂ ਉਸ ਤੋਂ ਕਿਨਾਰਾ ਕਰ ਸਕਦੇ ਹਾਂ। ਜੇ ਸਾਨੂੰ ਲੱਗਦਾ ਚੰਗਾ ਹੈ, ਅਸੀਂ ਉਸ ਦੇ ਨੇੜੇ ਹੋ ਕੇ ਗੁਣ ਲੈਣ ਦਾ ਯਤਨ ਕਰ ਸਕਦੇ ਹਾਂ। ਪਰ ਉਸ ਦੇ ਪ੍ਰਤੀ ਫੈਸਲਾ ਸੁਣਾਉਣਾ, ਅਖੀਰਲਾ ਨਿਰਣਾ ਲੈਣਾ ਸਾਡਾ ਹੱਕ ਨਹੀਂ ਹੈ, ਉਹ ਪਰਮਾਤਮਾ ਦਾ ਹੱਕ ਹੈ। ਗੁਰੂ ਪਾਤਸ਼ਾਹ ਜੀ ਤਾਂ ਸਾਨੂੰ ਸਮਝਾ ਰਹੇ ਨੇ ਕਿ ਐ ਭਾਈ, ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਿਉਂਕਿ ਜੋ ਜੀਵਨ 'ਚ ਕਮੀਆਂ ਨੇ, ਦੁੱਖ ਨੇ, ਜੋ ਜੀਵਨ ਦੇ ਵਿੱਚ ਮੁਸ਼ਕਿਲਾਂ ਨੇ, ਉਹਦਾ ਵੱਡਾ ਕਾਰਨ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੱਬ ਨੂੰ ਭੁਲਾਇਆ ਸਾਰੇ ਰੋਗ ਜੀਵਨ ਨੂੰ ਆ ਚਿੰਬੜਦੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਰੋਗ ਜੀਵਨ ਨੂੰ ਆ ਚਿੰਬੜਦੇ ਨੇ। ਇਸ ਵਾਸਤੇ ਪੜਚੋਲ ਕਰਨੀ ਬਣਦੀ ਹੈ, ਕਿਤੇ ਰੱਬ ਦਾ ਨਾਮ ਵਿਸਰ ਤੇ ਨਹੀਂ ਗਿਆ। ਸਭ ਤੋਂ ਪਹਿਲੀ ਪੜਚੋਲ ਇਹੀ ਰੱਖੋ ਕਿ ਜੀਵਨ 'ਚ ਕਿਤੇ ਗੁਰੂ ਦੀ ਸਿੱਖਿਆ ਤੇ ਸਾਨੂੰ ਨਹੀਂ ਭੁੱਲੀ ਹੈ, ਕਿਤੇ ਰੱਬ ਦਾ ਲੜ ਤੇ ਨਹੀਂ ਅਸੀਂ ਕਿਤੇ ਛੱਡ ਦਿੱਤਾ। ਜੀਵਨ 'ਚ ਜੇ ਕੋਈ ਪਰੇਸ਼ਾਨੀ, ਦੁੱਖ ਹੈ, ਜੋ ਅਸਹਾਏ ਹੋ ਰਿਹਾ ਹੈ, ਉਹਦੇ ਵਿੱਚ ਸਭ ਤੋਂ ਪਹਿਲੀ ਪੜਚੋਲ ਇਹ ਕਰਨੀ ਚਾਹੀਦੀ ਹੈ। ਕਿਉਂਕਿ ਪਾਤਸ਼ਾਹ ਕਹਿੰਦੇ ਪਰਮੇਸ਼ਰ ਤੇ ਭੁੱਲਿਆ, ਰੱਬ ਨੂੰ ਭੁਲਾਇਆ ਵਿਆਪਨ ਸਭੇ ਰੋਗ, ਸਾਰੇ ਰੋਗ ਮਨੁੱਖ ਨੂੰ ਵਿਆਪਣ ਲੱਗ ਜਾਂਦੇ ਨੇ, ਪ੍ਰਭਾਵਿਤ ਕਰਨ ਲੱਗ ਜਾਂਦੇ। ਆਣਾ ਦੁੱਖ, ਜਾਣਾ ਦੁੱਖ, ਇਹ ਗੱਲ ਵੱਖਰੀ ਹੈ। ਪ੍ਰਭਾਵਿਤ ਹੋਣਾ, ਉਹ ਦੁੱਖ ਜ਼ਰੇ ਨਾ ਜਾਣੇ। ਕਿਉਂਕਿ ਜੇ ਰੱਬ ਨਾਲ ਹੈ, ਜੇ ਰੱਬ ਸਾਥ ਹੈ, ਤੇ ਵੱਡੇ ਤੋਂ ਵੱਡਾ ਦੁੱਖ, ਪਰੇਸ਼ਾਨੀ ਮਨੁੱਖ ਆਸਾਨੀ ਨਾਲ ਜ਼ਰ ਜਾਂਦਾ ਹੈ। ਤੇ ਜੇ ਇੱਕ ਛੋਟੀ ਜਿਹੀ ਪਰੇਸ਼ਾਨੀ ਵੀ ਸਾਡੇ ਤੋਂ ਜ਼ਰੀ ਨਹੀਂ ਜਾ ਰਹੀ, ਇਹਦਾ ਮਤਲਬ ਕਿਤੇ ਰੱਬ ਤੋਂ ਬੇਮੁਖ ਤੇ ਨਹੀਂ ਹੋ ਗਏ, ਕਿਤੇ ਬਾਣੀ ਦਾ ਲੜ ਸਾਡੇ ਤੋਂ ਛਿਜਿਆ ਤੇ ਨਹੀਂ ਜਾ ਰਿਹਾ। ਇਹ ਪਰਚੋਲ ਕਰਨੀ ਚਾਹੀਦੀ ਹੈ। ਜਿਨ੍ਹਾਂ ਕੋਲ ਬਾਣੀ ਹੈ, ਰੱਬ ਦਾ ਨਾਮ ਰਿਹਾ, ਭਾਵੇਂ ਸਿਰ ਤੇ ਆਰੇ ਚੜ੍ਹੇ, ਭਾਵੇਂ ਚਰਖੀਆਂ ਤੇ ਚੜ੍ਹੇ, ਭਾਵੇਂ ਉਹਨਾਂ ਨੂੰ ਉਬਲਦੀਆਂ ਦੇਗਾਂ 'ਚ ਉਬਾਲਿਆ ਗਿਆ, ਐਡੇ ਵੱਡੇ ਦੁੱਖ ਕਸ਼ਟ ਸਹਾਰੇ ਨੇ ਨਾ, ਪਰ ਸਹਾਰ ਗਏ, ਦੁਖੀ ਨਹੀਂ ਹੋਏ, ਰੋਗ ਵਿਆਪੇ ਨਹੀਂ ਹਨ, ਰੋਗ ਵਿਆਪੇ ਨਹੀਂ ਹਨ। ਤੇ ਜੇ ਸਾਡਾ ਅੰਦਰਲਾ ਦੁਖੀ ਹੋ ਰਿਹਾ ਹੈ, ਅਸੀਂ ਬਹੁਤ ਅਸਹਾਏ ਹੋ ਰਹੇ ਹਾਂ, ਉਹ ਦੁੱਖ ਕਰਕੇ ਸਾਨੂੰ ਜ਼ਰੇ ਨਹੀਂ ਜਾ ਰਹੇ, ਇਹਦਾ ਮਤਲਬ ਸਾਨੂੰ ਪੜਚੋਲ ਦੀ ਲੋੜ ਹੈ ਕਿ ਪਰਮੇਸ਼ਰ ਭੁੱਲ ਤੇ ਨਹੀਂ ਗਿਆ, ਰੱਬ ਵਿਸਰ ਤੇ ਨਹੀਂ ਗਿਆ। ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਅਗਾਂਹ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਬੇਮੁਖ ਹੋਏ ਰਾਮ ਤੇ, ਜਿਹੜੇ ਰੱਬ ਤੋਂ ਬੇਮੁਖ ਹੋ ਗਏ, ਲਗਨ ਜਨਮ ਵਿਜੋਗ, ਉਹਨਾਂ ਨੂੰ ਫਿਰ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਹਨ। ਖਿਨ ਮਹਿ ਕੌੜੇ ਹੋਏ ਗਏ, ਇੱਕ ਪਲ ਦੇ ਵਿੱਚ ਹੀ ਉਹ ਸਾਰੇ ਭੋਗ ਰਸ ਕਸ
ਕੌੜੇ ਹੋ ਜਾਂਦੇ ਨੇ। ਜਿਤੜੇ ਮਾਇਆ ਭੋਗ, ਜਿੰਨੇ ਵੀ ਮਾਇਕ ਪਦਾਰਥ ਸਨ, ਜਿੰਨੇ ਵੀ ਮਾਇਕ ਪਦਾਰਥ ਜਿਨ੍ਹਾਂ ਨੂੰ ਅਸੀਂ ਮਿੱਠੇ ਜਾਣ ਕੇ, ਸਵਾਦ ਜਾਣ ਕੇ ਚਖਿਆ, ਭੁੰਚਿਆ, ਇੱਕ ਪਲ ਦੇ ਵਿੱਚ ਹੀ ਕੌੜੇ ਹੋ ਗਏ। ਤੇ ਬਾਣੀ ਨੇ ਬੜਾ ਸੋਹਣਾ ਬਚਨ ਕੀਤਾ। ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਸੋ ਵਰਿਆ ਮਿੱਠਾ ਖਾਜੈ, ਪੀ ਫਿਰ ਕੌੜਾ ਖਾਏ। ਮਿੱਠਾ ਖਾਦਾ ਚਿਤ ਨ ਆਵੇ, ਕੌੜਤਨ ਧਾਏ ਜਾਏ। ਜੇ ਮਨੁੱਖ ਸਾਲੋਂ ਸਾਲ ਵੀ ਮਿੱਠਾ ਖਾਵੇ, ਮਿਠਾਸ ਵਾਲਾ ਕੋਈ ਪਦਾਰਥ, ਮਠਿਆਈ ਖਾਏ ਮਨੁੱਖ, ਜੇ ਸਾਲੋਂ ਸਾਲ ਵੀ ਮਠਿਆਈ ਖਾਵੇ, ਮਿੱਠੇ ਪਦਾਰਥ ਖਾਏ, ਤੇ ਸਾਲ 10-20 ਸਾਲਾਂ ਪਿਛੋਂ ਕਿਤੇ ਕੌੜੀ ਚੀਜ਼ ਖਾ ਲਵੇ ਨਾ, ਤੇ ਭਲਿਆ ਇਹ ਨਹੀਂ ਹੈ ਜੀ 10 ਸਾਲ ਤੱਕ ਮਿੱਠਾ ਖਾਦਾ ਤੇ ਕੌੜੀ ਚੀਜ਼ ਕੌੜੀ ਨਾ ਲੱਗੇ। ਉਹ ਮਿੱਠਾ ਖਾਦਾ ਚਿਤ ਨਾ ਆਵੇ, ਉਹ ਮਿੱਠਾ ਖਾਦਾ ਹੋਇਆ ਚੇਤੇ ਨਹੀਂ ਆਉਂਦਾ। ਉਹ ਮਿੱਠਾ ਖਾਇਆ ਹੋਇਆ ਮਿਠਾਸ ਹਿਰਦੇ 'ਚ ਵਸੀ ਨਹੀਂ ਰਹਿੰਦੀ, ਸਰੀਰ 'ਚ ਕਾਇਮ ਨਹੀਂ ਰਹਿੰਦੀ। ਜੇ ਕੌੜੀ ਚੀਜ਼ ਖਾਵਾਂਗੇ ਤਾਂ ਉਹ ਕੌੜੀ ਹੀ ਲੱਗੇਗੀ। ਉਸ ਕੌੜਤਨ ਦੇ ਨਾਲ ਸਾਰਾ ਤਨ ਭਰ ਜਾਏਗਾ। ਇਸ ਵਾਸਤੇ ਖਿਨਮੇ ਕੌੜੇ ਹੋਏ ਗਏ। ਸਾਰੀ ਉਮਰ ਮਾਇਕ ਪਦਾਰਥਾਂ ਨੂੰ ਜੇ ਮਿਠਾਸ ਕਰਕੇ ਖਾਂਦੇ ਭੁੰਚਦੇ ਰਹੇ ਹਾਂ, ਤੇ ਸਮਝੋ ਕਦੇ ਨਹੀਂ ਪਤਾ, ਕੁਝ ਨਹੀਂ ਪਤਾ ਕਿਸ ਪਲ ਇਹਨਾਂ ਦਾ ਜੋ ਸਵਾਦ ਬਦਲ ਜਾਏ। ਤੇ ਜੇ ਕੌੜੇ ਹੋ ਗਏ ਤੇ ਸਾਲਾਂ ਤੱਕ ਖਾਧੀ ਹੋਈ ਮਿਠਾਸ ਉਹ ਕੋਈ ਚੇਤੇ ਨਹੀਂ ਰਹੇਗੀ, ਉਹ ਸਰੀਰ 'ਚ ਕਾਇਮ ਨਹੀਂ ਰਹੇਗੀ ਕਿ ਭਈ ਸਾਲਾਂ ਤੱਕ ਮਿਠਾਸ ਖਾਧੀ ਹੈ ਤੇ ਸਾਲਾਂ ਤੱਕ ਕੌੜਾ ਖਾਵਾਂਗੇ ਤੇ ਕੌੜਾ ਸਾਨੂੰ ਲੱਗੇਗਾ ਨਹੀਂ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਖਿਨਮੇ ਕੌੜੇ ਹੋਏ ਗਏ। ਇੱਕ ਪਲ ਦੇ ਵਿੱਚ ਇਹ ਪਦਾਰਥ ਕੌੜੇ ਹੋ ਜਾਂਦੇ ਨੇ, ਇੱਕ ਪਲ ਦੇ ਵਿੱਚ ਇਹ ਕੌੜੇ ਹੋ ਜਾਂਦੇ ਨੇ। ਜਿਨ੍ਹਾਂ ਨੂੰ ਸੁਖ ਵਾਸਤੇ ਪਹੁੰਚਿਆ, ਪਲ ਵਿੱਚ ਹੀ ਕੌੜੇ ਹੋ ਗਏ। ਬੜੀ ਸੌਖੀ ਜੀ ਗੱਲ ਹੈ ਜੇ ਸਮਝਣਾ ਹੀ ਹੋਵੇ। ਭਾਈ ਮਿਠਾਸ ਨੂੰ ਬੰਦਾ ਕਿੰਨਾ ਪਸੰਦ ਕਰਦਾ ਹੈ, ਖਾਦਾ ਰਿਹਾ। ਅਚਾਨਕ ਡਾਕਟਰ ਤੇ ਗਿਆ, ਚੈੱਕਅਪ ਕਰਾਇਆ, ਜੀ ਤੇਰੇ ਤੇ ਸ਼ੂਗਰ ਬਹੁਤ ਵੱਧ ਗਈ ਹੈ, ਸ਼ੂਗਰ ਬਿਮਾਰੀ ਹੋ ਗਈ ਹੈ, ਵੱਧ ਗਈ ਹੈ, ਤੇ ਹੁਣ ਮਿਠਾਸ ਨਹੀਂ ਖਾਣੀ, ਮਠਿਆਈ ਨਹੀਂ ਖਾਣੀ, ਜੇ ਖਾਏਗਾ ਤੇ ਮੌਤ ਹੈ। ਇਹ ਤੇ ਦੁਨਿਆਵੀ ਗੱਲ ਹੈ। ਹੋ ਗਿਆ ਨਾ ਮਿੱਠਾ ਕੌੜਾ। ਜੋ ਮਿਠਾਸ ਕਦੇ ਬੜੀ ਸਵਾਦਲੀ ਜਾਪਦੀ ਸੀ, ਇੱਕ ਪਲ 'ਚ ਕੌੜੀ ਹੋ ਗਈ ਕੌੜੀ। ਇਸੇ ਤਰ੍ਹਾਂ ਮਾਇਆ ਦਾ ਹਰ ਇੱਕ ਪਦਾਰਥ ਹੈ। ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਬਹੁਤ ਰੀਝ ਨਾਲ ਸਾਂਭ ਕੇ ਰੱਖਦੇ ਹਾਂ, ਕਦੇ ਨਹੀਂ ਕਿਹਾ ਜਾ ਸਕਦਾ ਕਦੋਂ ਉਸ ਦਾ ਸਵਾਦ ਬਦਲ ਜਾਏ। ਜਿਵੇਂ ਧੀਆਂ ਪੁੱਤਰਾਂ ਨੂੰ ਬੜੇ ਚਾਅ ਨਾਲ ਮਾਪੇ ਪਾਲਦੇ ਨੇ, ਜਦੋਂ ਉਹੀ ਅੱਖ ਦਿਖਾਉਂਦੇ ਨੇ ਘਰਾਂ ਚੋਂ ਕੱਢ ਦਿੰਦੇ ਨੇ, ਹੋ ਗਏ ਨਾ ਕੌੜੇ ਪਲ ਵਿੱਚ। ਇਸ ਵਾਸਤੇ ਪਾਤਸ਼ਾਹ ਜੀ ਆਖਦੇ ਨੇ, ਖਿਨਮੇ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ, ਕਿਸ ਥੈਂ ਰੋਵੇਂ ਰੋਜ਼। ਤੇ ਭਾਈ ਹੁਣ ਕਿਸ ਥਾਂ ਕੋਲੋਂ, ਕਿਸ ਕੋਲ ਜਾ ਕੇ ਰੋਂਦਾ ਹੈ, ਕਿਸ ਦੇ ਸਾਹਮਣੇ ਕਿਰਨੇ ਪਾਉਂਦਾ ਹੈ। ਇਸ ਦੁੱਖ ਤੋਂ ਹੁਣ ਕੋਈ ਬਚਾਉਣ 'ਚ ਸਮਰੱਥ ਨਹੀਂ ਹੈ, ਕਿਉਂਕਿ ਜਿਸ ਨੇ ਬਚਾਉਣਾ ਸੀ ਉਹਦਾ ਤੇ ਲੜ ਪਹਿਲਾਂ ਹੀ ਛੱਡ ਦਿੱਤਾ। ਇਸ ਵਾਸਤੇ ਵਿੱਚ ਨਾ ਕੋਈ ਕਰ ਸਕੇ। ਹੁਣ ਇਹਦੇ 'ਚ ਕੋਈ ਕੁਝ ਨਹੀਂ ਕਰ ਸਕਦਾ। ਕਿਸ ਥੈਂ ਰੋਵੇਂ ਰੋਜ਼, ਕਿਸ ਥਾਂ ਕੋ ਜਾ ਕੇ, ਕਿਸ ਕੋਲ ਜਾ ਕੇ ਹੁਣ ਰੋਣੀ ਰੋਂਦਾ ਹੈ। ਕੀਤਾ ਕਿਛੁ ਨਾ ਹੋਵਈ, ਲਿਖਿਆ ਤੁਰ ਸੰਜੋਗ, ਤੂੰ ਆਪਣੇ ਮੱਥੇ ਤੇ ਭਾਗ ਇਹੋ ਜਿਹੇ ਸਿਰਜ ਲਏ ਨੇ, ਆਪਣੇ ਸੰਸਕਾਰ ਹੀ ਇਹੋ ਜਿਹੇ ਬਣਾ ਲਏ ਨੇ। ਕੀਤਾ ਕਿਛੁ ਨਾ ਹੋਵਈ, ਹੁਣ ਕੀਤਿਆਂ ਵੀ ਕੁਝ ਨਹੀਂ ਹੋਣਾ। ਵਡ ਭਾਗੀ ਮੇਰਾ ਪ੍ਰਭ ਮਿਲੈ, ਹਾਂ ਜੇ ਕਿਤੇ ਭਾਗਾਂ ਨਾਲ ਉਹ ਰੱਬ ਦਾ ਸੰਗ ਮਿਲ ਜਾਵੇ ਤਾਂ ਉਤਰੈ ਸਭ ਵਿਯੋਗ, ਤੇ ਸਾਰੇ ਵਿਛੋੜੇ ਦੂਰ ਹੋ ਜਾਂਦੇ ਨੇ। ਇਹ ਸਭ ਦੁੱਖ ਦੂਰ ਹੋ ਸਕਦੇ ਹਨ। ਨਾਨਕ ਕਉ ਪ੍ਰਭ ਰਾਖ ਲਹਿ, ਤਾਂ ਕਰਕੇ ਮਾਲਕ ਜੀਓ ਆਪਣੇ ਇਸ ਸੇਵਕ ਨੂੰ ਰੱਖ ਲਵੋ। ਮੇਰੇ ਸਾਹਿਬ ਬੰਦੀ ਮੋਚ, ਆਪ ਜੀ ਬੰਧਨਾਂ ਤੋਂ ਛੁਟਕਾਉਣ ਵਾਲੇ ਹੋ। ਕਤਕ ਹੋਵੇ ਸਾਧ ਸੰਗ, ਤੇ ਪਾਤਸ਼ਾਹ ਜੀ ਨੇ ਫਿਰ ਵੀ ਰਾਹ ਦੱਸ ਦਿੱਤਾ ਹੈ ਇੰਨਾ ਕੁਝ ਹੋਣ ਤੋਂ ਬਾਅਦ ਵੀ, ਕਿ ਭਾਈ ਕਤਕ ਹੋਵੇ ਸਾਧ ਸੰਗ, ਜਿਸ ਕਤਕ ਮਹੀਨੇ 'ਚ ਮਨੁ ਸਾਧ ਸੰਗ ਕਰੇ, ਸਤ ਸੰਗਤ ਵਿੱਚ ਜੁੜੇ, ਬਿਨਸੈ ਸਭੇ ਸੋਚ,
ਤੇ ਸਾਰੇ ਸੋਚ, ਸਾਰੀਆਂ ਸੋਚਾਂ ਫਿਕਰਾਂ ਚੋਰੇ ਮਿਟ ਜਾਣਗੇ ਤੇ ਮਨੁੱਖ ਦਾ ਇਹਨਾਂ ਪਰੇਸ਼ਾਨੀਆਂ ਤੋਂ ਜਿਨ੍ਹਾਂ ਕਰਕੇ ਦੋਸ਼ ਦੂਜਿਆਂ ਨੂੰ ਦਿੰਦਾ ਆਇਆ ਉਹਨਾਂ ਤੋਂ ਉਭਰੇਗਾ ਅਤੇ ਸਹੀ ਰਾਹ ਤੇ ਅਗਾਂਹ ਫਿਰ ਤੁਰ ਪਵੇਗਾ। ਸੋ ਪਾਤਸ਼ਾਹ ਜੀ ਨੇ ਮਿਹਰ ਕੀਤੀ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।